ਨਾਜ਼ਰੀਨ ਦਰਿਆ ਸਤਲੁਜ ਹੈਡ ਗੰਡਾ ਸਿੰਘ ਦੇ ਮਕਾਮ ਤੇ ਪਿੰਡ ਵੱਲੇ ਵਾਲੇ ਡੋਨ ਤੇ ਜਿਹੜੇ ਦੋਸਤ ਭਾਈ ਦੋਸਤ ਅਹਬਾਬ ਪੁੱਛਦੇ ਪਏ ਸੀ ਡੋਨ ਤੇ ਪਾਣੀ ਚੱਲਿਆ ਜਾਂ ਨਹੀਂ। ਆ ਤੁਹਾਡੇ ਸਾਹਮਣੇ ਵੇਖ ਲਓ ਪਾਣੀ ਜਿਹੜਾ ਫੁੱਲ ਤੇਜ਼ੀ ਨਾਲ ਚੱਲਦਾ ਪਿਆ। ਸਵੇਰ ਦੀ ਜਿਹੜੀ ਖਬਰ ਸੀ ਉਹ ਖਬਰ ਇਹ ਸੀ ਵੀ 2 ਦਰ ਉਹਨਾਂ ਨੇ ਛੱਡੇ ਨੇ। ਇਸ ਵਕਤ ਤਕਰੀਬਨ 6 ਦਰਾਂ ਦਾ ਪਾਣੀ ਜਿਹੜਾ ਮੇਰੀ ਸਮਝ ਦੇ ਮੁਤਾਬਕ 6 ਦਰਾਂ ਦਾ ਪਾਣੀ ਡੋਨ ਤੇ ਚੱਲਦਾ ਪਿਆ ਹੈ। 23 ਤਰੀਕ ਦਾ ਅੱਪ ਤੇ ਚੱਲਦਾ ਪਿਆ ਸੀ ਨਗਰ ਤਲਵਾਰ ਪੋਸਟ ਮੱਬੂ ਕੀ ਸਹਿਜਰਾ ਜਿਹੜਾ ਤਾਜ ਪਤਨ ਜਿੱਥੇ ਆਖਿਆ ਜਾਂਦਾ ਹੈ। 23 ਤਰੀਕ ਨੂੰ ਉੱਥੇ ਚੱਲਿਆ ਸੀ ਲੇਕਿਨ ਇਹਨਾਂ ਨੇ ਰੋਕੀ ਰੱਖਿਆ। ਇੰਡੀਆ ਵਾਲਿਆਂ ਨੇ ਆਪਣੀਆਂ ਨਾਰਾਂ 'ਚ ਪਾਣੀ ਛੱਡ ਤੇ ਝੋਨੇ ਔਰ ਆਪਣੀਆਂ ਜਿਹੜੀਆਂ ਗੰਦਮ ਦੀਆਂ ਫਸਲਾਂ ਨੂੰ ਸਰਾਬ ਕਰਦੇ ਰਹੇ ਨੇ। ਜਿਹੜੀਆਂ ਗੰਦਮ ਕਟੀਜੀ ਸੀ ਉਸ ਤੋਂ ਬਾਅਦ ਝੋਨਾ ਬੀਜਿਆ ਉਹਨਾਂ ਨੇ ਤੋ ਸਰਾਬ ਕਰਦੇ। ਉਸ ਤੋਂ ਬਾਅਦ ਵਾਵਰ ਮਿਕਦਾਰ 'ਚ ਜਿਹੜਾ ਪਾਣੀ ਰਹਿ ਗਿਆ ਸੀ ਤੇ ਇਸ ਵਕਤ ਉਹਨਾਂ ਨੇ ਪਾਣੀ ਜਿਹੜਾ ਹੈ ਨਾ ਪਾਕਿਸਤਾਨ ਦੀ ਹਦੂਦ 'ਚ ਦਾਖਲ ਕਰ ਦਿੱਤਾ ਹੈ ਹੈਡ ਗੰਡਾ ਸਿੰਘ ਦੇ ਮਕਾਮ ਤੇ। ਇਹ ਤੁਹਾਡੇ ਸਾਹਮਣੇ ਆ ਕਾਫੀ ਦੇਰ ਤੋਂ 1 ਮਹੀਨੇ ਬਾਅਦ ਜਿਹੜਾ ਨਾ ਪਾਣੀ ਜਿਹੜਾ ਨਾ ਇੰਨਾ ਪਾਣੀ ਛੱਡਿਆ ਗਿਆ ਹੈ। ਉਸ ਤੋਂ ਪਹਿਲਾਂ ਸਰਦੀਆਂ ਨੂੰ ਥੋੜਾ ਪਾਣੀ ਚੱਲਦਾ ਸੀ। ਇਹ ਜਿਹੜਾ ਤੁਸੀਂ ਵੇਖਦੇ ਪਏ ਜੇ ਦਰਿਆ ਜਿਹੜਾ ਵਾਫਰ ਮਿਕਦਾਰ 'ਚ ਪਾਣੀ ਜਿਹੜਾ ਆਪਣੀ ਲਪੇਟ ਦੇ ਅੰਦਰ ਲੈਂਦਿਆ ਹੋਇਆ ਇਹ ਜਿਹੜਾ ਪਾਣੀ ਜਿਹੜਾ ਇਹ ਵੀ ਵੇਖੋ ਜਿਹੜਾ ਸਾਈਡਾਂ ਤੋਂ ਜਿਹੜਾ ਮੱਟੀ ਨੂੰ ਡੇਗਣਾ ਔਰ ਸੈਰਾਂ ਨੂੰ ਵੱਢਣਾ ਸ਼ੁਰੂ ਹੋ ਗਿਆ ਹੈ। ਇਸ ਵਕਤ ਫੁੱਲ ਝੱਗ ਦੇ ਅੰਦਰ ਪਾਣੀ ਜਿਹੜਾ ਸ਼ਾਮਲ ਹੈ। ਇਹ ਟੂਪਾਂ ਵੇਖ ਲਓ ਜਿਨ੍ਹਾਂ ਦੀ ਪਾਰ ਫਸਲਾਂ ਬੀਜੀਆਂ ਨੇ, ਪਾਰ ਆਪਣੀ ਜਿਹੜੀ ਇਹ ਮਕਈ ਦੀ ਫਸਲ ਬੀਜੀ ਏ ਤੇ ਬੇੜੀ ਦਾ ਇੰਤਜ਼ਾਮ ਨਹੀਂ ਹੈਗਾ ਤੇ ਜਿਨ੍ਹਾਂ ਦੇ ਸੰਦ ਉੱਥੇ ਖਲੇ ਨੇ ਔਰ ਜਿਹੜਾ ਸਾਜ਼ੋ ਸਮਾਨ ਜਿਹੜਾ ਇੰਜਨ ਕਿਸਮ ਦਾ ਜਿਹੜਾ ਉਹ ਰੱਖਿਆ ਹੈ ਉਹਨਾਂ ਨੂੰ ਸੰਭਾਲਣ ਵਾਸਤੇ ਟੂਪਾਂ ਦੇ ਪਾਰ ਜਾਣ ਵਾਸਤੇ ਤਿਆਰੀ ਕਰਦੇ ਪਏ ਨੇ। ਤੇ ਇਹ ਵੇਖੋ ਇਹ ਮਨ ਕਿੱਡੀ ਡਿੱਗੀ ਪਈ ਇਸ ਤਰ੍ਹਾਂ ਲਪੇਟ ਦੇ ਅੰਦਰ ਆਪਣੇ ਲੈਂਦਾ ਪਿਆ। ਆ ਜਿਹੜੀਆਂ ਸਾਰੀਆਂ ਤਰੇੜਾਂ ਪਈਆਂ ਨੇ ਤੇ ਬਹੁਤ ਖਤਰਾ ਜਿਹੜਾ ਨਾ ਇਹ ਪਾਣੀ ਦਾ ਅਗਰਚੇ ਐਵੇਂ ਚੱਲ ਜਿਸ ਰਫ਼ਤਾਰ ਨਾਲ ਪਾਣੀ ਦੀ ਤੇਜ਼ੀ ਦਿਸਦੀ ਪਈ ਏ ਇਹ ਸ਼ਾਮ ਤੱਕ ਜਾਂ ਕੱਲ ਤੱਕ ਜਾਂ 2 ਦਿਨਾਂ ਤੱਕ ਇਸ ਤਰ੍ਹਾਂ ਚੱਲਦਾ ਰਿਹਾ ਤੇ ਨਿਜ਼ਾਮ ਸਾਰਾ ਦਰਮ-ਬਰਮ ਹੋ ਜਾਏਗਾ। ਇਹ ਵੱਲੇ ਵਾਲੇ ਦੀ ਬਸਤੀ ਹੈ ਬਿਲਕੁਲ ਕਿਨਾਰੇ ਦੇ ਉੱਤੇ ਜਿਹੜਾ ਪਾਣੀ ਚੱਲਦਾ ਪਿਆ ਬਿਲਕੁਲ ਤਕਰੀਬਨ 30 ਫੁੱਟ ਦਾ ਫਾਸਲਾ ਹੈ ਘਰਾਂ ਤੋਂ। ਤੇ ਅਸਾਂ 6 ਮਹੀਨਿਆਂ ਤੋਂ ਤਕਰੀਬਨ 1 ਸਾਲ ਤੋਂ ਹੀ ਰੋਲਾ ਪਾਣੇ ਪਏ ਆ ਤੇ ਇਹਨਾਂ ਦਾ ਕੁਝ ਕੀਤਾ ਜਾਵੇ, ਕੋਈ ਬੰਨ ਬੰਨਿਆ ਜਾਵੇ। ਲੇਕਿਨ ਇਹ 3 ਮਹੀਨਿਆਂ ਬਾਅਦ ਪਮੈਸ਼ ਕਰਨ ਆ ਜਾਂਦੇ ਹੀ ਪਮੈਸ਼ ਕਰਤੇ ਤੇ ਉਸ ਤੋਂ ਬਾਅਦ ਕੋਈ ਰੱਦੇ ਅਮਲ ਨਹੀਂ ਆਇਆ। ਬੰਨ ਦੇ ਬਾਰੇ ਕੋਈ ਸੋਚਿਆ ਨਹੀਂ ਗਿਆ ਤੇ ਮੱਛੀ ਵਾਲਿਆਂ ਭਾਈਆਂ ਵਾਸਤੇ ਜਿਹੜਾ ਉਹ ਜਿਹੜਾ ਸੁਨਹਿਰੀ ਮੌਕਾ ਹੈ ਤੇ ਜਿਹੜੇ ਤਰਸੇ ਹੀ ਮੱਛੀ ਨੂੰ ਪਾਣੀ ਨੂੰ ਉਡੀਕਦੇ ਰਹਿੰਦੇ ਸੀ ਤੋ ਹੁਣ ਆਪਣਾ ਜਿਹੜਾ ਇਹ ਪਾਣੀ ਜਿਸ ਤਰ੍ਹਾਂ ਚੱਲਦਾ ਪਿਆ ਇਹ ਅੱਗੋਂ ਤੁਹਾਨੂੰ ਪਤਾ ਮੱਛੀ ਚੜ੍ਹਦੇ ਪਾਣੀ 'ਚ ਲੱਗਦੀ ਹੈ ਜਾਂ ਲਹਿੰਦੇ ਪਾਣੀ 'ਚ ਲੱਗਦੀ ਹੈ ਇਹ ਅੱਗੇ ਤੁਹਾਨੂੰ ਪਤਾ। ਮੇਰਾ ਕੰਮ ਸੀ ਰਿਪੋਰਟ ਦੇਣਾ ਉਹ ਮੈਂ ਦੇਣਾ ਪਿਆ ਲੇਕਿਨ ਇਹ ਪਾਣੀ ਜਿਹੜਾ ਖਤਰਨਾਕ ਹਦੂਦ 'ਚ ਦਾਖਲ ਹੋ ਗਿਆ। ਇਹ ਸਾਈਡਾਂ ਤੁਸੀਂ ਵੇਖੋ ਇਹ ਸਾਈਡਾਂ ਵੀ ਜਿਹੜੀਆਂ ਨੇ ਇਹ ਕਿੰਨੀਆਂ ਜਿਹੜੀਆਂ ਤਰੇੜਾਂ ਦੇ ਅੰਦਰ ਹੈ ਔਰ ਇਹ ਮਨ ਪਾੜਦੀ ਪਈ ਹੈ ਤੇ ਇਸ ਤਰ੍ਹਾਂ ਜਿਹੜਾ ਪਾਣੀ ਦੀ ਜਿਹੜੀ ਹੈ ਤੇਜ਼ੀ ਬਹੁਤ ਜ਼ਿਆਦਾ ਹੈ। ਲੇਕਿਨ ਪਿੱਛੋਂ ਜੂ ਹੀ ਦਰ ਉਹਨਾਂ ਨੇ 1 ਜਾਂ 2 ਜਾਂ 3 ਹੋਰ ਛੱਡ ਦਿੱਤੇ ਤੇ ਪਾਣੀ ਇਹ ਸੰਭਾਲਿਆ ਨਹੀਂ ਜਾਣਾ ਕਿਉਂਕਿ ਇੰਨਾ ਪਾਣੀ ਵੀ ਜਿਹੜਾ ਸਾਈਡਾਂ ਬੜੀਆਂ ਵੱਢਦਾ। ਇਸ ਤੋਂ ਪਹਿਲਾਂ ਪਾਣੀ ਤਕਰੀਬਨ ਇਸ ਤੋਂ 10 ਫੁੱਟ ਥੱਲੇ ਚੱਲਦਾ ਰਿਹਾ। ਕੱਲ ਤੁਸੀਂ ਤੁਹਾਨੂੰ ਮੈਂ ਵਿਖਾਣਾ ਰਿਹਾ ਹਾਂ ਕੱਲ ਮੇਰੀ ਜਿਹੜੀ ਤਸਵੀਰ ਵਾਲੀ ਇੱਕ ਵੀਡੀਓ ਅਪਲੋਡ ਕੀਤੀ ਏ ਤੋ ਸਾਰਾ ਰੇਗਿਸਤਾਨ ਦਾ ਇਲਾਕਾ ਬਣਿਆ ਪਿਆ ਸੀ। ਤੁਸੀਂ ਵੇਖਦੇ ਪੈਸਾ ਜੇ ਸਾਰਾ ਰੇਤਾ ਹੀ ਰੇਤਾ ਸੀ। ਪਾਣੀ ਦੀ ਲਿਫਟ ਵੀ ਨਹੀਂ ਚੱਲਦੀ ਪਈ 10 ਫੁੱਟ ਜਾਂ 30 ਫੁੱਟ ਦੀ ਉਹ ਲਿਪਟ ਕੇ ਚੱਲਦੀ ਪਈ ਸੀ ਉਹ ਵੀ ਪਾਣੀ ਵਗਾਇਆ ਆਉਂਦਾ ਪਿਆ ਸੀ। ਤੇ ਇਸ ਵਕਤ ਸਵੇਰ ਤੋਂ ਪਾਣੀ ਚੱਲਦਾ ਪਿਆ ਤੇ ਆ ਵੇਖੋ ਦਰਿਆ ਦੀ ਨਕਸ਼ਾ ਹੀ ਬਦਲ ਗਿਆ ਸਾਰੀ ਸੂਰਤ ਹਾਲ ਹੀ ਬਦਲ ਗਈ ਏ। ਲੋਕ ਜਿਹੜੇ ਨੇ ਅਜੇ ਕਈਆਂ ਲੋਕਾਂ ਨੂੰ ਜਿਹੜਾ ਨਾ ਪਤਾ ਨਹੀਂ ਹੈਗਾ ਪਾਣੀ ਚੱਲਿਆ ਹੈ ਤੇ ਇਸ ਵਜ੍ਹਾ ਤੋਂ ਕੋਈ ਇੱਥੇ ਸ਼ਾਮ ਤੱਕ ਵੇਖਣਾ ਕਿਸ ਤਰ੍ਹਾਂ ਲੋਕ ਇੱਥੇ ਜਮਾ ਹੁੰਦੇ ਪਾਣੀ ਵੇਖਣ ਵਾਸਤੇ ਕਿਉਂਕਿ ਲੋਕ ਜਿਹੜੇ ਨਾ ਆ ਵੇਖੋ ਜਿਸ ਤਰ੍ਹਾਂ ਹੀ ਪਤਾ ਲੱਗਦਾ ਪਿਆ ਮਛੇਰਾ ਭਾਈ ਆਉਂਦਾ ਪਿਆ ਉਹਨੇ ਆਪਦੇ ਗਡੋਇਆ ਘਰਕੂ ਸ਼ਿਕਾਰੀ ਜਿਹੜਾ ਤੁਸੀਂ ਉਹ ਵੀ ਵੇਖੋ ਅੱਜ ਸਵੇਰ ਮੈਨੂੰ ਮਿਲਿਆ ਹੈ ਉਹਨੇ ਆਖਿਆ 600 ਗਡੋਇਆ ਮੈਂ ਜਿਹੜਾ ਹੈ ਨਾ ਉਹ ਪੱਟ ਤੇ ਲਿਆਂਦਾ। ਇਹ ਵੀ ਹੈ ਸ਼ਿਕਾਰੀ ਹੈ ਇਹ ਆਪਣੀ ਹੁਣ ਜਗ੍ਹਾ ਲੱਭੇਦਾ ਬਹਿਣ ਵਾਸਤੇ ਕਿੱਥੇ ਬਹਿਣਾ ਇੱਕ ਪੁਆਇੰਟ ਅੱਛਾ ਹੀ ਆ ਤੇ ਮੱਛੀ ਨੂੰ ਫੜੇਦਾ। ਜਿਸ ਤਰ੍ਹਾਂ ਕਿਸੇ ਨੂੰ ਪਤਾ ਲੱਗਦਾ ਪਿਆ ਉਹ ਜਿਹੜੇ ਮਛੇਰੇ ਜਿਹੜੇ ਨੇ ਨਾ ਉਹਨਾਂ ਆਪਦਾ ਜਿਹੜਾ ਕੁੰਡੀਆਂ ਤੇ ਔਰ ਸਟਿੱਕਾਂ ਤੇ ਔਰ ਜਿਹੜਾ ਵੀ ਉਹਨਾਂ ਦਾ ਸਮਾਨ ਹੈਗਾ ਮੱਛੀ ਫੜਨ ਦਾ ਤਰੀਕਾ ਕਾਰ ਹੈ ਉਹ ਸਾਰੇ ਲੈ ਤੇ ਆਵੰਦੇ। ਇਹ ਵੇਖੋ ਨਿਜ਼ਾਮ ਦਾ ਸਾਰਾ ਖਰਾਬ ਹੈ ਪਾਣੀ ਤੇਜ਼ੀ ਨਾਲ ਝੱਗ ਬਹੁਤ ਜ਼ਿਆਦਾ ਹੈ। ਝੱਗ ਦੀ ਨਿਸ਼ਾਨੀ ਇਹ ਆ ਪਿੱਛੋਂ ਪਾਣੀ ਬਹੁਤ ਵਾਫਰ ਮਿਕਦਾਰ 'ਚ ਤੇ ਅੱਲਾ ਖੈਰ ਕਰੇ ਅਸਾਨੀ ਚਾਹਦੇ ਫੁੱਲ ਚੜੇ ਤੇ ਇਹ ਜਿਹੜਾ ਨਿਜ਼ਾਮ ਜਿਹੜਾ ਸਾਰਾ ਖਰਾਬ ਹੋਵੇ ਆ ਬਸਤੀ ਵਾਲਿਆਂ ਵਾਸਤੇ। ਅੱਗੋਂ ਈਦ ਦਾ ਟਾਈਮ ਆਉਂਦਾ ਪਿਆ ਸਾਰਿਆਂ ਦੇ ਮਵੇਸ਼ੀ ਨੇ ਡੰਗਰ ਨੇ ਉਹਨਾਂ ਨੇ ਸੰਭਾਲਣੇ ਨੇ। ਅੱਗੋਂ ਆ ਜਿਹੜੀ ਮਕਈ ਮੇਰੇ ਸਾਹਮਣੇ ਤੁਸੀਂ ਵੇਖਦੇ ਪਏ ਜੇ ਪੱਕੀ ਮਕਈ ਹੈ ਫਸਲਾਂ ਤਿਆਰ ਨੇ ਸਾਰੀਆਂ
ਅਗਰ ਜੇ ਨਿਜ਼ਾਮ ਇਹ ਖਰਾਬ ਹੁੰਦਾ ਹੈ ਤੇ ਹਜ਼ਾਰਾਂ ਏਕੜ ਜਿਹੜਾ ਹੈ ਨਾ ਫਸਲਾਂ ਜਿਹੜੀਆਂ ਨੇ ਫੁੱਲ ਤਿਆਰ ਨੇ ਜਿਹੜੀ ਮਕਈ ਦੀ। ਅੱਗੇ ਵਪਾਰੀਆਂ ਨੂੰ ਕੋਈ ਰੇਟ ਸਰਕਾਰ ਨਹੀਂ ਦਿੰਦੀ ਵੀ ਉਹ 1400 ਤੋਂ 1500 ਪੀਲੀ ਵਾਰ 3500 ਤੋਂ 3800 ਰੁਪਈਆ ਜਿਹੜਾ ਮਨ ਵੇਖਦੀ ਰਹੀ ਏ ਉਹ ਪਹਿਲੀਆਂ ਚ ਮਕਈ। ਤੇ ਇਸ ਵਕਤ 16 ਤੋਂ 1500 1700 ਇਸ ਵਕਤ ਨਈ ਮਕਈ ਦਾ ਜਿਹੜਾ ਰੇਟ ਹੈ ਲੋਕ ਔਰ ਪੱਠਿਆਂ ਚ ਮਕਈਆਂ ਨੂੰ ਵਡਾਵਣਾ ਸ਼ੁਰੂ ਹੋ ਗਏ ਨੇ। ਔਰ ਜਿਹੜਾ ਮਕਈ ਜਿਹੜੀ ਗੁੱਲੀਆਂ ਜਿਹੜੀ ਦੋਧਾ ਗੁੱਲੀਆਂ ਜਿਹੜੇ ਪਠਾਨ ਵੇਚਦੇ ਨੇ ਛੱਲੀ ਜਿਹਨੂੰ ਆਖਦੇ ਨੇ ਉਹਦੀ ਸਵਾਦ ਵਿੱਚ ਕੇਰੀ ਵਿੱਚ ਗਰਮ ਕਰਤੇ ਜਿਹੜੀ ਵੇਚਦੇ ਨੇ ਉਹ ਲੋਕ ਪਕਾਉਣ ਤੋਂ ਬਗੈਰ ਹੀ ਵੇਚਣਾ ਸ਼ੁਰੂ ਕਰ ਦਿੱਤੀਆਂ ਨੇ। ਤੇ ਸਰਕਾਰ ਰੇਟ ਨਹੀਂ ਦਿੰਦੀ ਵੀ ਜਿਸ ਤਰ੍ਹਾਂ ਗੰਦਮ ਵਾਲਿਆਂ ਨਾਲ ਬੁਰਾ ਹੋਇਆ ਹੈ ਇਸ ਤਰ੍ਹਾਂ ਮਕਈ ਵਾਲਿਆਂ ਨਾਲ ਵੀ। ਉਹ ਵੇਖੋ ਮੇਰੇ ਸਾਹਮਣੇ ਕਿੱਡੀ ਵੱਡੀ ਮੰਨ ਡਿੱਗੀ ਏ ਤੇ ਇਸ ਤਰ੍ਹਾਂ ਡੀਗਰ ਟਿਕਰ ਡਿੱਗਦੀਆਂ ਰਹੀਆਂ ਤੇ ਵੇਖੋ ਇਹ ਕੀ ਬਣ ਜਾਏਗਾ। ਤੇ ਇਹਦੇ ਵਾਸਤੇ ਕੁਝ ਕੀਤਾ ਨਹੀਂ ਤਾਂ ਵੇਖੋ ਨਜ਼ਾਰੇ ਹੁਣ ਤੁਸੀਂ ਆਪ ਵੀ ਵੇਖੋ ਬਚਾਉਣ ਦੀਆਂ ਕੋਸ਼ਿਸ਼ਾਂ ਕਰੋ। ਜਿਹੜਾ ਕੁਝ ਹੋਣਾ ਹੈ ਉਹ ਤਾਂ ਹੋ ਹੀ ਗਿਆ ਹੈ। ਮਕਈ ਦੀ ਗੱਲ ਕਰਨੇ ਪਏ ਹੈ ਮਕਈ ਦੇ ਜਿਹੜਾ 16-1700 ਰੇਟ ਹੈ ਤੋਂ ਲੋਕ ਜਿਹੜਾ ਇਹਨਾਂ ਡਰਦੇ ਪਏ ਨੇ ਕਮ ਤੋਂ ਕਮ ਇਹਨਾਂ ਨੂੰ ਬਚਾਇਆ ਜਾਵੇ ਤੇ ਉਹ ਤਾਂ ਜਿਹੜਾ 16-1700 ਦਾ ਵੱਟ ਸਕਣ। ਅਗਰ ਜੇ ਪਾਣੀ ਚੜਦਾ ਪਾਣੀ ਆਪ ਤੇ ਹੁੰਦਾ ਹੈ ਉੱਤੇ ਤੇ ਉਹਨਾਂ ਦਾ ਇਹ ਜਿਹੜਾ ਹਜ਼ਾਰਾਂ ਏਕੜਾ ਮਕਈ ਨੇ ਪਾਰ ਵੀ ਫਸਲਾਂ ਖਲੀਆਂ ਨੇ ਪਾਰ ਬਹੁਤ ਜ਼ਿਆਦਾ ਪੈਲੀ ਹੈ ਪਾਰ ਬਹੁਤ ਜ਼ਿਆਦਾ ਮਕਈ ਹੈ ਤੇ ਉਹ ਸਾਰੀਆਂ ਵੇਖੋ ਉਹ ਸਾਰੀਆਂ ਤਬਾਹ ਬਰਬਾਦ ਹੋ ਜਾਣਦੀਆਂ। ਤੇ ਇਸ ਵਾਸਤੇ ਇਹਨਾਂ ਨੂੰ ਬਚਾਇਆ ਜਾਵੇ ਕੁਝ ਹੁਣ ਵੀ ਕੀਤਾ ਜਾਵੇ। ਜੇ ਅਗਰ ਜੇ ਪਾਣੀ ਆ ਤੁਹਾਡੇ ਸਾਹਮਣੇ ਕੋਈ ਝੂਠ ਵਾਲੀ ਗੱਲ ਨਹੀਂ ਹੈਗੀ ਕੋਈ ਤੁਸੀਂ ਆਖੋ ਖੋਫੋ ਹਰਾਸਤ ਫਲਾਣਾ ਪੇ ਖੋਫੋ ਹਰਾਸਤ ਕੀ ਆ ਪਾਣੀ ਹੈ ਤੁਹਾਡੇ ਸਾਹਮਣੇ ਸਾਈਡਾਂ ਡਿੱਗਦੀਆਂ ਪਈਆਂ ਨੇ। ਤੇ ਮੇਰਾ ਕੰਮ ਇਹ ਦੱਸਣਾ ਖੋਫੋ ਹਰਾਸਤ ਵਾਲੀ ਕੋਈ ਗੱਲ ਨਹੀਂ ਦਿਆ ਤੁਹਾਡੇ ਸਾਹਮਣੇ ਜੇ ਪਾਣੀ ਲੈਂਦਾ ਤੇ ਫਿਰ ਵੱਜ ਜਾਂਦੇ। ਜੇ ਪਾਣੀ ਅੱਪ ਹੁੰਦਾ ਤੇ ਫਿਰ ਸਹਿਰਾਂ ਵਡੀ ਤੇ ਇਹ ਘੈਣਿਆਂ 'ਚ ਫੜਕ ਪਾ ਦਿੰਦੀ ਏ ਜਿਹੜੀ ਇਹ ਇੱਕ ਏਕੜ ਲੈ ਜਾਏ ਦੀ। ਤੇ ਇਸ ਤੋਂ ਪਹਿਲਾਂ ਤਕਰੀਬਨ 4 ਏਕੜ ਪਰ ਦਰਿਆ ਵਗਦਾ ਰਿਹਾ ਪਿਛਲੇ ਸਾਲ ਆਹ ਦਿਨਾਂ 'ਚ। ਤੇ ਅਗਸਤ 'ਚ ਤੇ ਪਾਣੀ ਆਇਆ ਤੁਸੀਂ ਪੁਰਾਣੀਆਂ ਵੀਡੀਓ ਵੇਖੀਆਂ ਹੋਵੰਦੀਆਂ ਤੇ ਉਹ 4 ਏਕੜ ਜਾਂ ਤਕਰੀਬਨ 3 ਏਕੜ ਉਹ ਪਾਣੀ ਬਸਤੀ ਨੂੰ ਹੋ ਗਿਆ ਤੇ ਸਾਰੀ ਦਰਿਆ ਦੇ ਅੰਦਰ ਇਹ ਬੰਨ ਉਹ ਕਿਨਾਰਾ ਖੜਾ ਹੈ ਉਹ ਕਿਨਾਰਾ ਖੜਾ ਹੈ ਤੇ ਉਧਰ ਉਹ ਕਿਨਾਰਾ 1 ਮੀਲ ਤੇ ਉਧਰ ਖੜਾ ਹੈ ਉਹ ਸਾਰਾ ਬੰਨ ਪਾਣੀ ਦੀ ਨਜ਼ਰ ਹੋ ਗਿਆ ਸਾਰਾ। ਤੇ ਤੁਸੀਂ ਜਿਹੜਾ ਹੈ ਨਾ ਆਪਣਾ ਖਿਆਲ ਰੱਖੋ ਤੇ ਲੋਕਾਂ ਦੀ ਜਿਹੜਾ ਨਾ ਕੋਈ ਬੰਦੋਬਸਤ ਅਗਰ ਜੇ ਪਾਣੀ ਜ਼ਿਆਦਾ ਆਉਂਦਾ ਅਸਾਂ ਤਲਾਹ ਦਿੰਨੇ ਪਏ ਆ ਤੇ ਕੋਈ ਆਉਂਦਾ ਤੇ ਇਹਨਾਂ ਵਾਸਤੇ ਇਹਨਾਂ ਨੂੰ ਬਚਾਇਆ ਜਾਵੇ। ਫਸਲਾਂ ਵੀ ਬਚਾਈਆਂ ਜਨ ਮਾੜੇ ਲੋਕ ਨੇ ਸਾਰੇ ਤੇ ਤਰਲਾ ਕਰਦੇ ਪਏ ਨੇ। ਤੇ ਆ ਵੇਖੋ ਸਾਰੇ ਜਮਾ ਹੋ ਗਏ ਨੇ ਬਸਤੀ ਦੇ ਲੋਕ ਵੀ ਇਹ ਕੀ ਬਣਦਾ ਪਿਆ ਸਾਡੇ ਨਾਲ ਕੀ ਬਣੇਗਾ। ਤੇ ਅੱਲਾ ਹੀ ਹਾਫਿਜ਼ ਇਹਨਾਂ ਦਾ ਵੀ। ਇਹ ਟੂਬ ਤੇ ਬੰਦਾ ਪਾਰ ਚੱਲਿਆ ਪਾਣੀ ਦਾ ਰੋਡ ਜਿਹੜਾ ਨਾ ਪਾਣੀ ਦਾ ਇੰਨਾ ਜ਼ਿਆਦਾ ਹੈ ਇੱਥੋਂ ਉਹਨੇ ਛਲਾਂਗ ਲਗਾਈ ਹੈ ਤੇ ਜਾਂਦਾ ਪਿਆ ਤਕਰੀਬਨ ਇਹਨੇ ਉਹ ਪਰ ਜਿੱਥੇ ਘਾਸ ਦਿਸਦੀ ਪਈ ਉੱਥੋਂ ਜਾ ਨਿਕਲਣਾ ਪਾਣੀ ਰੋਡ ਦਾ ਹੀ ਬੜਾ ਪਿਆ ਹੈ ਤੇ ਇਹਨੇ ਜਾਣਾ ਸਾਹਮਣੇ ਆ ਮੇਰੇ ਆਹ ਸਾਹਮਣੇ ਜਿਹੜੀ ਝੁੱਗੀ ਦਿਸਦੀ ਪਈ ਏ ਮੈਂ ਜ਼ੂਮ ਕਰਦੇ ਤੁਹਾਨੂੰ ਦਿਖਾਣਾ ਆ ਝੁੱਗੀ ਜਿਹੜੀ ਦਿਸਦੀ ਪਈ ਏ ਇਹ ਇੱਥੇ ਇਹਨੇ ਜਾਣਾ ਸੀ ਲੇਕਿਨ ਪਾਣੀ ਉਹਨੂੰ ਰੋਡ ਇੰਨੀ ਕਰਦਾ ਪਿਆ ਤੇ ਉਹ ਬੰਦਾ ਨਾ ਦੂਰ ਲਮਾਨ 'ਚ ਜਾ ਰਿਹਾ। ਤੇ ਬਾਕੀ ਜਿਹੜਾ ਆਪਦਾ ਖਿਆਲ ਕਰੋ ਮੱਛੀ ਵਾਲਿਓ ਤੁਸੀਂ ਵੀ ਤਿਆਰ ਹੋ ਜਾਓ ਕੁੰਡੀਆਂ ਨੂੰ ਤੇਲ ਸ਼ੇਲ ਲਾ ਲਓ ਤੇ ਮੱਛੀ ਦਾ ਨਜ਼ਾਰਾ ਹੁਣ ਡੇਲੀ ਦੀ ਅਪਡੇਟ ਤੇ ਆਪਦਾ ਨਜ਼ਾਰਾ ਵੇਖੋ।